परम सत्कारयोग सतगुरां दी साजी निवाजी गुरु रूप प्यारी गुरु सवारी साध संगत जी। नितनेम कर्म अनुसार परमेश्वर दे चरना कमलों दीआं हाजरियां। जिंदगी दे कुछ अहम पल सफलियां करन दे यतन पए करदे हां। सतगुरां ने किरपा कीती है गुरबाणी पढ़न दा, गुरबाणी सुनन दा सुभाग समा प्राप्त होया। परमात्मा दे नाम नूं जपना है, सुनना है। सुनने तो मतलब है कि जपना आ जावे। जपन का मतलब है कि जिहड़ी मनुख की सुरत है इसनूं शब्द दे विच लीन किया जावे। शब्द सुरत भव सागर तरिए नानक नाम वखाने। इस भव सागर तो पढ़न का तां लाभ है जे सुनना आ जावे। मनुख दा पढ़िया ते सुनिया होया गुरु दा नाम उदों सफला हो जाता है जदों मनुख की सुरत गुरु दे शब्द दे विच लीन हो जावे। इस वास्ते पढ़ना भी है, सुनना भी है, जपना भी है। बहुत सारियां जिंदगियां तकरीबन अमृत वेले इहो ही कर्म करदियां हन, गुरबाणी नूं पढ़दियां ने, सुनदियां हन अते जपदियां ने। जपिया होया नाम मनुखता दे शरीर तो अगाहां जाके भी मनुख की सहायता करदा है। दो प्रकार की संसार दे विच माया है, जड़ माया अते चेतन माया। जड़ माया जिहड़ी असी किरत कमाई करते हैं उसनों कहते हैं चेतन माया। साडा शरीर है, अन्न है, पानी है, घर है, इनू चेतन माया कहते हैं। माया दे दो रूप हैं। गुरु साहिब जी महाराज कहते हैं कि नाम जपद्यां जपद्यां मनुख जिहड़ा है इस माया तो उपर उठ के समुंदर दे विच लीन हो जाता है। समुंदर परमात्मा दे नाम दे विच लीन हो जाता है। फिर जड़ ते चेतन माया है जिहड़ी ये मनुख तो बहुत थले रह जांदियां ने। इन्हां दे नाल कोई बहुता मनुखता का संबंध नहीं रहिंदा। जदों ये अपनी सुरत नूं गुरु दे शब्द दे नाल जुड़ लैंदा है। जिन्ना टाइम इहदी सुरत गुरु दे शब्द दे नाल नहीं ना जुड़दी उन्ना वक्त ये जड़ ते चेतन माया दे नाल ही जुड़िया रहिंदा है। इन्हां दा एक खेड़ा नहीं छड्ड सकदा।
ਗੁਰੂ ਸਾਹਿਬ ਜੀ ਮਹਾਰਾਜ ਨੇ ਤੇ ਐਲਾਨੀਆਂ ਕਿਹਾ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੁਸੀਂ ਨਾਮ ਵੀ ਜਪਣਾ ਹੈ, ਪਰ ਜਪਣਾ ਕਿਵੇਂ ਹੈ? ਪਹਿਲਾਂ ਤੁਸੀਂ ਆਪਣਾ ਕੰਮ ਕਰਨਾ ਹੈ। ਜਿਹੜੀ ਕਿਰਤ ਤੁਹਾਨੂੰ ਪਰਮਾਤਮਾ ਨੇ ਬਖਸ਼ੀ ਹੈ ਨਾ, ਇਹ ਕੰਮ ਕਰਨਾ ਹੈ। ਤੁਸੀਂ ਆਪਣੀ ਕਿਰਤ ਕਰਨੀ ਹੈ। ਕਿਰਤ ਕਰਦਿਆਂ ਕਰਦਿਆਂ ਨਾਮ ਜਪੋਗੇ, ਤੁਹਾਡੀ ਕਿਰਤ ਦੇ ਵਿੱਚ ਪਰਮਾਤਮਾ ਬਰਕਤ ਪਾਉਣਗੇ ਤੇ ਤੁਹਾਡਾ ਜਪਿਆ ਹੋਇਆ ਜਿਹੜਾ ਨਾਮ ਹੈ ਇਹ ਫਲੀਭੂਤ ਹੋਵੇਗਾ। ਕਿਰਤ ਕਰਦਿਆਂ ਕਰਦਿਆਂ ਹਾਥ ਪਾਓ ਕਰ ਕਾਮ ਸਭ। ਤੁਸੀਂ ਪਹਿਲਾਂ ਹੱਥਾਂ ਪੈਰਾਂ ਦੇ ਨਾਲ ਕੰਮ ਕਰੋ, ਚੀਤ ਨਿਰੰਜਨ ਨਾਲ। ਕੰਮ ਕਰਦੇ ਕਰਦੇ ਚਿੱਤ ਹੈ ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਲੱਗੋ, ਵਿਹਲੇ ਬੈਠ ਕੇ ਨਹੀਂ। ਕੰਮ ਕਰਦਿਆਂ ਕਰਦਿਆਂ, ਕਿਰਤ ਕਰਦਿਆਂ ਕਰਦਿਆਂ ਤੁਸੀਂ ਨਾਮ ਜਪਣਾ ਹੈ। ਤੇ ਕਿਰਤ ਕਰਦਿਆਂ ਕਰਦਿਆਂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ, ਜਿਹੜੇ ਨਾਮ ਜਪਦੇ ਨੇ ਵੱਡੇ ਭਾਗਾਂ ਵਾਲੀਆਂ ਉਹ ਜਿੰਦੜੀਆਂ ਬਣਦੀਆਂ ਨੇ। ਕਿਉਂਕਿ ਗੁਰੂ ਨਾਨਕ ਦੇ 3 ਵਚਨ ਆਉਂਦੇ ਨੇ, ਕਿਰਤ ਕਰਨਾ, ਨਾਮ ਜਪਣਾ, ਵੰਡ ਕੇ ਛਕਣਾ। ਇਹ 3 ਵਚਨ ਨੇ ਮਹਾਰਾਜ ਦੇ। ਇਹਨਾਂ ਵਿੱਚ ਪਹਿਲਾ ਵਚਨ ਮਹਾਰਾਜ ਦਾ ਹੈਗਾ ਕਿਰਤ ਕਰਨਾ। ਇਹ ਜਿਹੜੇ ਮਨੁੱਖ ਆਪਣੀ ਕਿਰਤ ਕਮਾਈ ਕਰਦੇ ਕਰਦੇ ਪਰਮਾਤਮਾ ਦਾ ਨਾਮ ਜਪਦੇ ਨੇ ਨਾ, ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਜੈਸੇ ਜਲ ਮਹਿ ਪੰਕ ਨਾ ਭੀਜੈ ਮੁਰਗਾਈ ਨੈ ਸਾਨੇ, ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਨੇ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਨੇ। ਗੁਰੂ ਸਾਹਿਬ ਜੀ ਮਹਾਰਾਜ ਦੇ ਵਚਨ। ਕਮਲ ਦਾ ਜਿਹੜਾ ਫੁੱਲ ਹੈ, ਇਹਦੇ ਜਿਹੜੇ ਜਨਮ ਹੈ ਉਹ ਚਿੱਕੜ ਦੇ ਵਿੱਚ ਹੈ, ਰਹਿੰਦਾ ਵੀ ਚਿੱਕੜ ਦੇ ਵਿੱਚ ਹੈ। ਉਹਦਾ ਖਾਣਾ ਪੀਣਾ ਵੀ ਚਿੱਕੜ ਦੇ ਵਿੱਚੋਂ ਹੀ ਹੈ, ਸਭ ਕੁਝ। ਪਰ ਉਹ ਚਿੱਕੜ ਦੇ ਵਿੱਚੋਂ ਫਿਰ ਵੀ ਅਲੱਗ ਰਹਿੰਦਾ ਹੈ। ਜਿਵੇਂ ਚਿੱਕੜ ਉੱਚਾ ਹੋ ਜਾਂਦਾ ਹੈ, ਹੋਰ ਉੱਚਾ ਹੋ ਜਾਂਦਾ ਹੈ। ਉਸ ਫੁੱਲ ਦੇ ਵਿੱਚ ਇੱਕ ਖਾਸੀਅਤ ਹੈ ਕਿ ਜੇ ਉਹਨੂੰ ਚਿੱਕੜ ਦੇ ਵਿੱਚ ਬੈਠਿਆਂ ਪਏ ਹੋਏ ਫੁੱਲ ਨੂੰ ਫੜ ਕੇ ਕੋਈ ਉਹਦੇ ਉੱਤੇ ਪਾਣੀ ਪਾ ਦੇ ਨਾ, ਉਹਦੇ ਉੱਤੇ ਪਾਣੀ ਨਹੀਂ ਖੜਨ ਦਿੰਦਾ, ਉਹ ਵੀ ਥੱਲੇ ਜਾਂਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਜਦੋਂ ਤੂੰ ਆਪਣਾ ਕੰਮ ਧੰਦਾ ਕਰਦਾ ਕਰਦਾ ਪਰਮਾਤਮਾ ਦਾ ਨਾਮ ਜਪੇਗਾ ਨਾ, ਰਵੇਂਗਾ ਤਾਂ ਇਸ ਦੁਨੀਆ ਦੇ ਵਿੱਚ ਹੀ। ਤੇਰੀ ਖਾਦ ਖੁਰਾਕ ਵੀ ਇਸੇ ਦੁਨੀਆ ਦੇ ਵਿੱਚ ਹੀ ਹੈ, ਤੇਰੇ ਕੰਮ ਧੰਦੇ ਵੀ ਦੁਨੀਆ ਦੇ ਵਿੱਚ ਨੇ, ਤੇਰਾ ਬੋਲਣਾ ਚੱਲਣਾ ਦੇਖਣਾ ਸੁਣਨਾ ਸਾਰਾ ਕੁਛ ਦੁਨੀਆ ਦੇ ਵਿੱਚ ਹੀ ਹੈ। ਪਰ ਫਿਰ ਵੀ ਤੂੰ ਇਸ ਦੁਨੀਆਦਾਰੀ ਤੋਂ ਅਲੱਗ ਜ਼ਿੰਦਗੀ ਜਿਵੇਂਗਾ, ਨਿਰਲੇਪ ਰਹੇਗਾ। ਰਵੇਂਗਾ ਤੇ ਦੁਨੀਆ ਦੇ ਵਿੱਚ, ਦੁਨੀਆ ਦੇ ਵਿੱਚ ਰਹਿੰਦਾ ਰਹਿੰਦਾ ਵੀ ਤੂੰ ਨਿਰਲੇਪ ਰਹੇਗਾ। ਤੇ ਮਹਾਰਾਜ ਨੇ ਇਹੀ ਅਵਸਥਾ ਤੇ ਗੁਰਸਿੱਖਾਂ ਨੂੰ ਦੱਸੀ ਹੈ ਕਿ ਤੁਸੀਂ ਆਪਣੀ ਕਿਰਤ ਕਮਾਈ ਕਰਨੀ ਹੈ। ਕਿਰਤ ਕਮਾਈ ਕਰਦਿਆਂ ਕਰਦਿਆਂ ਜੇ ਤੁਸੀਂ ਨਾਮ ਜਪਦੇ ਹੋ ਤੇ ਅਸਲੀਅਤ ਗੁਰਸਿੱਖ ਦੀ ਇਹ ਨਿਸ਼ਾਨੀ ਹੈ। ਤੇ ਉਸ ਦੇ ਫਿਰ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ ਭਲਾ ਸ਼ਬਦ, ਕਿ ਉਹ ਹਮੇਸ਼ਾ ਹੀ ਦੂਸਰਿਆਂ ਦਾ ਭਲਾ ਚਾਹੁੰਦਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ, ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਜਿੰਨੇ ਸ਼ਬਦ ਨੇ
ਇਕੱਲਾ ਇਕੱਲਾ ਸ਼ਬਦ ਮਨੁੱਖਤਾ ਦੀ ਜ਼ਿੰਦਗੀ ਦੇ ਭਲੇ ਵਾਸਤੇ ਮਹਾਰਾਜ ਨੇ ਉਚਾਰਨ ਕੀਤਾ ਹੋਇਆ ਹੈ। ਇਕੱਲਾ ਇਕੱਲਾ ਸ਼ਬਦ, ਤਾਂ ਕਿ ਜਿਹੜਾ ਮਨੁੱਖ ਇਸ ਜ਼ਿੰਦਗੀ ਲੈ ਕੇ ਆਇਆ ਪਰਮਾਤਮਾ ਤੋਂ, ਇਹਨੂੰ ਆਪਣੀ ਅਸਲੀਅਤ ਜ਼ਿੰਦਗੀ ਦਾ ਪੂਰਨ ਰਸ ਹੈ ਜਿਹੜਾ ਉਹ ਮੰਨ ਸਕੇ, ਜ਼ਿੰਦਗੀ ਫਿੱਕੀ ਨਾ ਹੋ ਜਾਵੇ ਕਿਤੇ। ਜੇ ਜ਼ਿੰਦਗੀ ਦਾ ਪੂਰਾ ਰਸ ਨਾ ਮੰਨ ਸਕਿਆ ਤੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਫਿੱਕੀ ਰਹਿ ਜਾਣੀ ਹੈ। ਤੇ ਫਿੱਕੀ ਜ਼ਿੰਦਗੀ ਨੂੰ ਕੌਣ ਪ੍ਰਵਾਨ ਕਰਦਾ? ਕੋਈ ਵੀ ਨਹੀਂ ਕਰਦਾ। ਪੂਰਨ ਰੂਪ ਦੇ ਵਿੱਚ ਰਸ ਮੰਨਣਾ ਸਿੱਖ। ਤੇ ਜਿਸ ਦਿਨ ਤੋਂ ਕੰਮ ਕਰਦਾ ਕਰਦਾ ਨਾਮ ਜਪਣਾ ਸ਼ੁਰੂ ਕੀਤਾ, ਤੇਰੀ ਜ਼ਿੰਦਗੀ ਦਾ ਤੈਨੂੰ ਰਸ ਆਉਣਾ ਸ਼ੁਰੂ ਹੋ ਗਿਆ। ਉਸੇ ਦਿਨ ਮਹਾਰਾਜ ਕਹਿੰਦੇ ਤੈਨੂੰ ਹਰੇਕ ਪ੍ਰਕਾਰ ਦੀ ਸੋਝੀ ਤੇਰੀ ਝੋਲੀ 'ਚ ਪੈ ਜਾਣੀ ਹੈ। ਸੋਝੀ ਤੋਂ ਬਿਨਾਂ ਤੇ ਦੁਨੀਆਦਾਰੀ ਦੇ ਵਿੱਚ ਮੰਗਿਆ ਵੀ ਨਹੀਂ ਜਾਂਦਾ। ਹੋਰ ਕੰਮ ਤੇ ਕੀ ਹੋਣਾ ਹੈ? ਹੋਰ ਕੰਮ ਤੇ ਕੀ ਹੋਣਾ? ਮੰਗਿਆ ਵੀ ਨਹੀਂ ਜਾਂਦਾ। ਮੰਗਣਾ ਵੀ ਕਿਸੇ ਵਿਰਲੇ ਵਾਂਝੇ ਨੂੰ ਹੀ ਆਉਂਦਾ ਹੈ। ਗੁਰੂ ਸਾਹਿਬ ਜੀ ਮਹਾਰਾਜ, ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਨੇ ਨਾ ਬਾਬਾ ਮੋਹਰੀ ਜਿਆਂ ਤੋਂ ਪੋਥੀਆਂ ਲੈਣੀਆਂ ਸੀ। ਗੁਰੂ ਸਾਹਿਬ ਜੀ ਮਹਾਰਾਜ ਵੇਲੇ ਜਿਹੜੀ ਗੁਰਬਾਣੀ ਸੀ ਇਹ ਪੋਥੀਆਂ ਦੇ ਰੂਪ ਦੇ ਵਿੱਚ ਦਰਜ ਕੀਤੀ ਹੋਈ ਸੀ। ਤੇ ਉਹ ਪੋਥੀਆਂ ਲੈਣੀਆਂ ਸਨ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀਆਂ ਨੇ ਬਾਬਾ ਮੋਹਣੀ ਜੀਆਂ ਨੂੰ, ਮੋਹਨ ਜੀਆਂ ਨੂੰ ਬੜੇ ਅਦਬ ਤੇ ਸਤਿਕਾਰ ਦੇ ਨਾਲ ਕਿਹਾ ਸੀ ਕਿ ਇਹ ਬਾਬਾ ਮੋਹਨ ਜੀ, ਕਿਰਪਾ ਕਰਕੇ ਤੁਸੀਂ ਜਿਹੜੀਆਂ ਤੁਹਾਡੇ ਕੋਲੇ ਪੋਥੀਆਂ ਨੇ ਨਾ ਮਹਾਰਾਜ ਦੀਆਂ, ਉਹ ਸਾਨੂੰ ਪੋਥੀਆਂ ਦੇ ਦਰਸ਼ਨ ਕਰਾ ਦਿਓ। ਉਹਨਾਂ ਪੋਥੀਆਂ ਦੇ ਦਰਸ਼ਨ ਕਰਾ ਦਿਓ। ਤੇ ਬਾਬਾ ਮੋਹਣੀ ਜੀਆਂ, ਮੋਹਨ ਜੀਆਂ ਤੋਂ ਜਦੋਂ ਇਹ ਪੋਥੀਆਂ ਦੇ ਦਰਸ਼ਨ ਮੰਗੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ, ਉਹ ਕਹਿਣ ਲੱਗੇ ਜੀ ਤੁਸੀਂ ਇਕੱਲੇ ਦਰਸ਼ਨਾਂ ਦੀ ਕੀ ਗੱਲ ਕਰਦੇ ਹੋ? ਇੰਨੀ ਨਿਮਰਤਾ ਦੇ ਨਾਲ ਤੁਸੀਂ ਮੰਗਦੇ ਹੋ, ਤੁਸੀਂ ਪੋਥੀਆਂ ਹੀ ਲੈ ਜਾਓ। ਮੰਗਣ ਦਾ ਤਰੀਕਾ ਪੁਰਾਣੇ ਸਮਿਆਂ ਦੇ ਵਿੱਚ ਇੱਕ ਪਰੰਪਰਾ ਚੱਲੀ ਸੀ ਸਾਡੇ ਗੁਰੂ ਘਰਾਂ ਦੇ ਵਿੱਚ। ਕੋਈ ਵੀ ਗੁਰਸਿੱਖ ਪਿਆਰਾ ਜਦੋਂ ਗੁਰੂ ਘਰ ਦੇ ਵਜ਼ੀਰ ਨੂੰ, ਮਹਾਰਾਜ ਦੇ ਵਜ਼ੀਰ ਨੂੰ ਘਰ ਲੈ ਕੇ ਜਾਂਦਾ ਨਾ ਕਿ ਸਾਡੇ ਘਰੇ ਤੁਸੀਂ ਪ੍ਰਸ਼ਾਦਾ ਛਕੋ ਆ ਕੇ, ਉੱਥੇ ਇੱਕ ਵਸਤੂ ਮੰਗੀ ਜਾਂਦੀ ਸੀ। ਕੀ ਮੰਗੀ ਜਾਂਦੀ ਸੀ? ਪੁੱਛਿਆ ਜਾਂਦਾ ਕਿ ਤੇਰੇ ਪਰਿਵਾਰ ਦੇ ਮੈਂਬਰ ਕਿੰਨੇ ਨੇ? ਮੇਰੇ ਇੱਕੋ ਪੁੱਤਰ ਹੈ, ਜਾਂ ਜਿੰਨੇ ਵੀ ਪਰਿਵਾਰਕ ਮੈਂਬਰ ਹੁੰਦੇ ਅਗਲਾ ਦੱਸਦਾ। ਫਿਰ ਉਹਦੇ ਅੱਗੇ ਇੱਕ ਮੰਗ ਰੱਖੀ ਜਾਂਦੀ ਸੀ ਕਿ ਜੇ ਤੂੰ ਇੱਕ ਪੁੱਤ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਵੇਂਗਾ ਤਾਂ ਅਸੀਂ ਤੇਰੇ ਘਰੇ ਪ੍ਰਸ਼ਾਦਾ ਛਕ ਆਵਾਂਗੇ, ਵਰਨਾ ਨਹੀਂ ਛਕਾਂਗੇ। ਤੇ ਉਹਨਾਂ ਨੂੰ ਦੇਣਾ ਪੈਂਦਾ ਸੀ ਇੱਕ ਪੁੱਤ ਬਾਜਾਂ ਵਾਲੇ ਨੂੰ। ਇਹ ਨਹੀਂ ਹੈ ਕਿ ਕਿਸੇ ਦੇ ਪੁੱਤਰ ਦੀ ਬਾਂਹ ਪਕੜ ਕੇ ਲਿਆ ਕੇ ਗੁਰਦੁਆਰੇ ਛੱਡ ਲਿਆ ਸੀ, ਐਸਾ ਕਰਮ ਨਹੀਂ। ਇੱਕ ਪੁੱਤ ਦੇਣ ਦਾ ਮਤਲਬ ਕੀ ਸੀਗਾ ਕਿ ਬਾਕੀ ਦੇ ਪਰਿਵਾਰ ਜਿਵੇਂ ਤੁਸੀਂ ਰਹਿੰਦੇ ਹੋ ਰਹੋ, ਪਰ ਇੱਕ ਪੁੱਤ ਦੇ ਅੱਜ ਤੋਂ ਬਾਅਦ ਕੇਸ ਰੱਖਣੇ ਨੇ, ਦਾੜਾ ਰੱਖਣਾ ਹੈ, ਦਸਤਾਰ ਸਜਾਉਣੀ ਹੈ, ਅੰਮ੍ਰਿਤ ਉਸ ਨੂੰ ਛਕਾ ਕੇ ਗੁਰੂ ਦੇ ਲੜ ਲਾਉਣਾ। ਇਹ ਮੰਗ ਹੁੰਦੀ ਸੀ। ਇਹ ਮੰਗ
ਕਾਬਲ ਕੰਧਾਰ ਦੇ ਵਿੱਚੋਂ ਉੱਠੀ ਸੀ, ਜਿੱਥੋਂ ਸਿੱਖੀ ਦਾ ਧੁਰਾ ਵੱਜਿਆ ਸੀ। ਇਹ ਮੰਗ ਉੱਥੋਂ ਉੱਠੀ ਸੀ। ਪਰੰਪਰਾ ਇਹ ਲੰਮੇ ਸਮੇਂ ਤੱਕ ਸੀ ਜਿਹੜੀ ਇਹ ਗੁਰੂ ਘਰਾਂ ਦੇ ਵਿੱਚ ਮਰਿਆਦਾ ਸਰੂਪ ਦੇ ਵਿੱਚ ਚੱਲਦੀ ਰਹੀ ਹੈ। ਉਹ ਜਦੋਂ ਬਾਬਾ ਮੋਹਨ ਜੀਆਂ ਨੇ ਕਿਹਾ ਨਾ, ਕਹਿੰਦੇ ਜੀ ਤੁਸੀਂ ਪੋਥੀਆਂ ਹੀ ਲੈ ਜਾਓ, ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਹਨਾਂ ਪੋਥੀਆਂ ਨੂੰ ਚੁੱਕ ਕੇ ਲਿਆ ਕੇ ਨੰਗੇ ਪੈਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਅੱਜ, ਇੱਥੋਂ ਮਹਾਰਾਜ ਨੇ ਧੀਰ ਮੱਲੀਆਂ ਦੇ ਕੋਲੋਂ ਨਾ ਬੀੜ ਲੈਣ ਵਾਸਤੇ ਭੇਜੇ ਸੀ ਸਿੰਘ। ਤੇ ਉਹ ਸਿੰਘ ਕੋਈ ਇਹ ਨਹੀਂ ਹੈ ਕਿ 1 2 4 5 7 ਜਣੇ ਭੇਜੇ ਸੀ। 25 ਸਿੰਘ ਗਏ ਸੀ ਮਹਾਰਾਜ ਦਾ ਸਰੂਪ ਲੈਣ ਵਾਸਤੇ। ਕਿੱਥੇ? ਕਰਤਾਰਪੁਰ ਸਾਹਿਬ, ਬੜੀ ਦੂਰ ਹੈ। ਕਿੱਥੇ? ਤਲਵੰਡੀ ਇਹ ਨਗਰ, ਕਿੱਥੇ? ਕਰਤਾਰਪੁਰ। 25 ਸਿੰਘ ਮਹਾਰਾਜ ਨੇ ਇੱਥੋਂ ਭੇਜੇ ਸੀ ਤੇ 25 ਸਿੰਘ ਇੱਥੋਂ ਨੰਗੇ ਪੈਰੀ ਗਏ ਸੀ, ਦਮਦਮਾ ਸਾਹਿਬ ਤੋਂ ਤੁਰ ਕੇ ਗਏ ਸੀ ਮਹਾਰਾਜ ਦੀ ਬੀੜ ਲੈਣ ਵਾਸਤੇ। ਪੂਰਨ ਰੂਪ ਦੇ ਵਿੱਚ ਸਜ ਧਜ ਕੇ ਗਏ ਸੀ। 25 ਸਿੰਘ ਮਹਾਰਾਜ ਨੇ ਭੇਜੇ ਸੀ ਇੱਥੋਂ। ਇਹ ਪੁਰਾਣੇ ਸਮੇਂ ਦੇ ਵਿੱਚ ਮਰਿਆਦਾ ਸੀ। ਜਦੋਂ ਵੀ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਜਾਂ ਲੈ ਕੇ ਆਉਣਾ, ਸਾਰੇ ਪਰਿਵਾਰਕ ਮੈਂਬਰ ਗੁਰਦੁਆਰੇ ਹਾਜ਼ਰ ਹੁੰਦੇ ਸੀ। ਸਾਰੇ ਪਰਿਵਾਰ ਵਾਲੇ ਮੈਂਬਰ ਲੈ ਕੇ ਜਾਂਦੇ ਸੀ ਮਹਾਰਾਜ ਦਾ ਸਰੂਪ, ਤੇ ਸਾਰੇ ਦੇ ਸਾਰੇ ਪਰਿਵਾਰਕ ਮੈਂਬਰ ਗੁਰਦੁਆਰੇ ਮਹਾਰਾਜ ਦਾ ਸਰੂਪ ਛੱਡ ਕੇ ਜਾਂਦੇ ਸੀ। ਜਿਵੇਂ ਅਸੀਂ ਆਂਢ ਗੁਆਂਢ ਨੂੰ ਇਕੱਠਾ ਕਰਦੇ ਹਾਂ ਨਾ, ਸੁੱਖ ਦੁੱਖ ਦੇ ਵਿੱਚ ਇਕੱਠੇ ਹੁੰਦੇ ਹਾਂ, ਐਸੇ ਤਰ੍ਹਾਂ ਸੀ ਜਿਹੜਾ 25 ਸਿੰਘਾਂ ਦਾ ਇੱਕ ਜਥਾ ਤਿਆਰ ਕੀਤਾ ਜਾਂਦਾ ਸੀ ਮਹਾਰਾਜ ਦਾ ਸਰੂਪ ਲਿਜਾਣ ਵਾਸਤੇ। ਹੁਣ ਤਾਂ 5 ਵੀ ਨਹੀਂ ਲੱਭਦੇ। 5 ਵੀ ਜਿਹੜੇ ਕੋਈ ਮਾੜੇ ਮੋਟੇ ਹੁੰਦੇ ਆ ਨਾ ਵਿਚਾਰੇ, ਉਹ ਵੀ ਜਦੋਂ ਭੋਗ ਪੈ ਜਾਂਦਾ ਹੈ, ਉਹ ਵੀ ਗ੍ਰੰਥੀ ਤੋਂ ਪਾਸਾ ਵੱਟਦੇ ਨੇ, ਕਿਤੇ ਬਾਬਾ ਸਾਨੂੰ ਨਾ ਆਵਾਜ਼ ਮਾਰ ਲੇ ਵੀ ਤੂੰ ਵੀ ਆ ਜਾ। ਹੁਣ ਉਹਨਾਂ 5 ਚੋਂ ਵੀ ਘਟਦੇ ਜਾਂਦੇ ਨੇ। ਹੁਣ ਤਾਂ ਲੱਭਦੇ ਨੇ, ਕਹਿੰਦੇ ਬੱਚਿਆਂ ਨੂੰ ਫੜਾ ਦਿਓ ਘੰਟੀ, ਬੱਚਿਆਂ ਨੂੰ ਜਲ ਦਾ ਗੜਵਾ ਫੜਾ ਦਿਓ। ਹੁਣ ਬੱਚਿਆਂ ਨੂੰ ਲੱਭਦੇ ਨੇ, ਕਿਉਂਕਿ ਦੂਜਿਆਂ ਕੋਲ ਤੇ ਹੁਣ ਸਮਾਂ ਨਹੀਂ ਨਾ ਰਿਹਾ। 25 ਸਿੰਘ ਮਹਾਰਾਜ ਨੇ ਭੇਜੇ ਸੀ। ਇਹ ਮਰਿਆਦਾ ਬਣੀ ਹੋਈ ਸੀ ਪੁਰਾਣੇ ਸਮਿਆਂ ਦੇ ਵਿੱਚ। ਮਹਾਰਾਜ ਨੇ ਅਕਾਲ ਪੁਰਖ ਮਹਾਰਾਜ ਦੀ ਗੁਰਬਾਣੀ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ਮਾਨ ਕਿਸੇ ਦੇ ਘਰ ਹੁੰਦੀ, ਤੇ ਮਹਾਰਾਜ ਜਿੰਨੇ ਮਿੱਠੜੇ ਤੇ ਪਿਆਰੇ ਬੋਲ ਸੀਗੇ ਉਹਨਾਂ ਗੁਰਸਿੱਖਾਂ ਦੇ ਘਰ ਦੇ ਵਿੱਚ ਛੱਡ ਆਉਂਦੇ ਹੁੰਦੇ ਸੀ ਗੁਰਬਾਣੀ ਦੇ। ਕਿਉਂਕਿ ਗੁਰਬਾਣੀ ਮਿੱਠੜੇ ਬੋਲ ਬੋਲਦੀ ਹੈ, ਤੇ ਘਰ ਵਿੱਚ ਛੱਡਣਾ ਕੀ ਹੈ ਕਿ ਪਰਿਵਾਰਕ ਮੈਂਬਰ ਮਹਾਰਾਜ ਦੀ ਬਾਣੀ ਨੂੰ ਸੁਣਦੇ ਸਨ। ਤੇ ਮਹਾਰਾਜ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਮਿਠਾਸ ਭਰੇ ਸ਼ਬਦ ਛੱਡ ਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਮਿਠਾਸ ਭਰ ਦਿੰਦੇ ਸੀ। ਤੇ ਜਿਉਂ ਮਹਾਰਾਜ ਦਾ ਸਰੂਪ ਛੱਡ ਜਾਂਦੇ ਤੇ ਫਿਰ ਉਹਨਾਂ ਦੇ ਘਰ ਦੇ ਵਿੱਚੋਂ ਉਹ ਮਿਠਾਸ ਜਾਂਦੀ ਨਹੀਂ ਹੁੰਦੀ ਸੀ, ਜਾਂਦੀ ਨਹੀਂ ਹੁੰਦੀ। ਕੁਛ ਤੇ ਛੱਡ ਕੇ ਆਉਣਾ ਨਾ, ਉਹ ਮਿਠਾਸ ਫਿਰ ਉਹਨਾਂ ਦੇ ਘਰ ਦੇ ਵਿੱਚੋਂ ਜਾਂਦੀ ਨਹੀਂ ਹੁੰਦੀ ਸੀ ਮਹਾਰਾਜ ਦੇ ਸ਼ਬਦਾਂ ਦੀ। ਇਹ ਮਰਿਆਦਾ ਪੁਰਾਤਨ ਸਮੇਂ ਤੋਂ ਬਣੀ ਹੋਈ ਸੀ। ਤੇ ਮਹਾਰਾਜ ਨੇ ਇੱਥੋਂ 25 ਸਿੰਘ ਭੇਜੇ, ਤੇ 25 ਸਿੰਘ ਉੱਥੋਂ ਉਹਨਾਂ ਨੇ ਮਹਾਰਾਜ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਰੱਥ ਨੇ ਤੇ ਫਿਰ ਉਹ ਆਪੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਲਿਖ ਲੈਣ। ਇੱਥੋਂ ਤੱਕ ਤਾਂ ਸੁਣਿਆ ਹੀ ਹੋਣਾ,
पर किसी ने ये नहीं अज तक सुनिया होना भी उन्होंने महाराज का स्वरूप देण तो इनकार क्यों किया सी, कारण की सीगा। कोई ना कोई सच्चाई तो छुपी होंदी है ना, कोई ना कोई तो सच्चाई छुपी होंदी है, होर कोई सच्चाई छुपी होंदी है। कारण ये सीगा कि उन्होंने इस गल का पता सी कि जे असी महाराज का स्वरूप इन्हों देता, जिहड़ा धन आउंदा है, अनाज आउंदा है, साडे कोले आउणा इन्हें बंद हो जाना है। ये कारण सी। इसे करके ना धीर मल्लियां ने होरां ने गुरु साहिब जी महाराज का स्वरूप देण तो इनकार किया सी। इहदा मूल कारण सीगा इनकार कर दिता सी। ते गुरु साहिब जी महाराज दे सिंह सी जिहड़े 25 ਸਿੰਘਾਂ ਦਾ जथा गया नंगे पैरी, वो वापस मुड़ आए सी। महाराज ने इत्थे आके कहा सी, कहंदे महाराज उन्होंने तो जवाब दे दिता है। फिर महाराज ने इत्थे आके भाई मनी सिंह नूं होरां ਸਿੰਘਾਂ नूं नाल ला के महाराज दे स्वरूप की लिखत कीती सी। गुरु अर्जन देव साहिब जी महाराज जी ने एक बड़े अदब सत्कार तरीके दे नाल से बाबा मोहन जियां तो वो पोथियां ले लियां ते महाराज नंगे पैरी वो पोथियां अमृतसर साहिब लेके आए। वो सारी दियां सारियां पोथियां लिया के जिहड़ियां सी, जिथे अज थड़ा साहिब है उन्होंने 68 का भी जिहड़ा है खिताब दिता होया है। उत्ते हरमंदर साहिब आप जी जाने हो, उत्थे एक थड़ा बनया होया है, थड़े दे विच पालकी भी बनी हुई है, पर महाराज का स्वरूप उत्थे प्रकाश नहीं है। पहलां तां प्रकाश हुंदा सी, हुण महाराज का स्वरूप उत्थे प्रकाश नहीं है, समा समा समर्थ है। उसे जगह ते लिया के गुरु अर्जन देव साहिब महाराज जी ने पोथियां रख के प्रकाशमान, सब तो पहला हरमंदर साहिब दे विच उसे जगह ते लिया के पोथियां प्रकाश कीतियां सी महाराज ने सब तो पहला। ते गुरु साहिब जी महाराज जी ने उत्थे अरदास बेनती आप कीती सी कि अकाल पुरख आप जी ने महान किरपा की है कि जिन्ने आप जियां दे प्यारे बोल ने वो सारे दे सारे इत्थे प्रकाशमान कर दिते गए। कुछ ना कुछ तो अपनी जिंदगी दे विचों मनुख नूं देना पैंदा है, कुछ ना कुछ जिहड़ा है जो मिलिया जिंदगी दे विच ये छड्डना पैंदा है। जिन्नी दुनियादारी दे विचों नफरत मिली है, बेईमानी मिली है, ये बंदे नूं छड्डनी पैंदी है। जे इहनूं छड्डांगे तां ही जिहड़े गुरु ग्रंथ साहिब महाराज दे मिठड़े बोल ने वो साडे अंदर जाणगे, तां ही जाणगे वो अंदर। छड्डिया ते कुछ नहीं, छड्डिया की है, छड्डिया भी है मनुख ने। एक पंडित नूं घर दे कहण लगे, कहंदे चल गंगा ते इशनान करके आ। कहंदा मैं ते नहीं जांदा। कहंदे तैनूं जाना पैना। वो कहंदा मैं नहीं जांदा। घर दे कहंदे जे तू ना जावेगा फिर सानूं लिजाना भी आउंदा है। दूजे लुट हो गए। उन्हें कहा भी हुण काम खराब है, भी हुण तां जाना ही पऊगा। उन्हां समियां दे विच ना एक शर्त रखी हुंदी सीगी, तीर्थां ते जांदा, कोई धार्मिक स्थान ते जांदा, उदों एक कोई ना कोई शर्त रखी हुंदी सी कि तूं उत्थे कुछ ना कुछ छड्ड के आउणा है ते कुछ ना कुछ लैके आउणा है। उहनूं गंगा ते ले गए, इशनान करा लिया। इशनान करा के कहंदे लै बई हुण तूं ये दस कि हुण छड्ड के की जाना इत्थे। वो पींदा सी शराब। उन्हें कहा भी ये भी बड़ा काम खराब हो गया भी हुण तीर्थां ते जाण दी परंपरा ये उन्हां समियां दे विच बनी हुई सी भी कुछ ना कुछ तीर्थ ते जाके छड्ड के आउणा ते कुछ ना कुछ तीर्थ तो लैके आउणा ते घरे आए नूं तैनूं पुछना भी छड्ड के की आया, लैके की आया।
ਹੁਣ ਤਾਂ ਦੁਨੀਆਦਾਰੀ ਹੋਰ ਹਿਸਾਬ ਦੇ ਨਾਲ ਇਸ਼ਨਾਨ ਪਾਣ ਕਰਦੇ ਐ। ਹੁਣ ਤਾਂ ਤਰੀਕੇ ਬਦਲ ਲਏ ਦੁਨੀਆ ਨੇ। ਇਹ ਤਰੀਕੇ ਨਹੀਂ ਆ ਤੀਰਥਾਂ 'ਤੇ ਇਸ਼ਨਾਨ ਕਰਨ ਦੇ। ਮਹਾਰਾਜ ਨੇ ਸਾਨੂੰ ਕਿਹਾ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਜਾਓ ਤੀਰਥਾਂ 'ਤੇ ਇਸ਼ਨਾਨ ਪਾਣ ਕਰਨ, ਯਾਤਰਾ 'ਤੇ ਜਾਓ। ਗੁਰੂ ਸਾਹਿਬ ਜੀ ਮਹਾਰਾਜੀਆਂ ਦੇ ਘਰਾਂ ਦੇ ਦਰਸ਼ਨ ਦੀਦਾਰੇ ਕਰੋ। ਪਰ ਉਹਨਾਂ ਸਮਿਆਂ ਦੇ ਵਿੱਚ ਮਰਿਆਦਾ ਬਣੀ ਸੀ ਕਿ ਛੱਡ ਕੇ ਆਉਣਾ ਕੁਛ ਨਾ ਕੁਛ ਤੇ ਉੱਥੋਂ ਲੈ ਕੇ ਆਉਣਾ। ਤੇ ਘਰੇ ਆਏ ਨੂੰ ਪੁੱਛਦੇ ਸੀ ਛੱਡ ਕੇ ਕੀ ਆਏ ਆ, ਲੈ ਕੇ ਕੀ ਆਏ ਆ, ਦੋ ਗੱਲਾਂ। ਉਹਨਾਂ ਸਮਿਆਂ ਦੇ ਵਿੱਚ ਫਿਰ ਮਨੁੱਖ ਕਹਿੰਦਾ ਹੁੰਦਾ ਸੀ ਘਰੇ ਆ ਕੇ ਕਿ ਮੈਂ ਜਿੰਨੇ ਪਾਪ ਕਰਮ ਕੀਤੇ, ਬੇਈਮਾਨੀਆਂ ਕੀਤੀਆਂ, ਠੱਗੀਆਂ ਕੀਤੀਆਂ, ਉਹ ਸਾਰੀ ਦੀਆਂ ਸਾਰੀਆਂ ਮੈਂ ਤੀਰਥ 'ਤੇ ਛੱਡਿਆ ਹੈ ਕਿ ਮੈਂ ਅੱਜ ਤੋਂ ਬਾਅਦ ਨਹੀਂ ਕਰਦਾ, ਲੜਾਈ ਨਹੀਂ ਕਰਦਾ ਅੱਜ ਤੋਂ ਬਾਅਦ, ਛੱਡਿਆ ਹੈ ਮੈਂ ਉੱਥੇ ਤੀਰਥ 'ਤੇ ਸਾਰੀ ਲੜਾਈ। ਲੈ ਕੇ ਕੀ ਆਇਆ? ਕਹਿੰਦੇ ਲੈ ਕੇ ਮੈਂ ਤੀਰਥ ਤੋਂ ਇਹ ਵਸਤੂ ਆਇਆ ਕਿ ਅੱਜ ਤੋਂ ਬਾਅਦ ਮੈਂ ਆਪਣੇ ਘਰ ਦੇ ਵਿੱਚ ਉਹੀ ਕਰਮ ਕਰਾਂਗਾ ਜਿਹੜਾ ਤੀਰਥਾਂ 'ਤੇ ਹੁੰਦਾ ਹੈ। ਤੇ ਤੀਰਥਾਂ 'ਤੇ ਮਰਿਆਦਾ ਕੀ ਹੁੰਦੀ ਸੀ? ਜਦੋਂ ਇਸ਼ਨਾਨ ਪਾਣ ਕਰਨ ਜਾਂਦੇ, ਯਾਤਰਾ 'ਤੇ ਜਾਂਦੇ, ਉਦੋਂ ਕੀ ਪਰੰਪਰਾ ਹੁੰਦੀ ਸੀ? ਉਦੋਂ ਪਰੰਪਰਾ ਇਹ ਹੁੰਦੀ ਸੀ ਵੀ ਸਾਰਿਆਂ ਨੇ, ਵੱਡੀ ਗੱਲ ਹੈ, ਮਿਲ ਜੁਲ ਕੇ ਤੀਰਥ 'ਤੇ ਜਾਣਾ। ਉਹਨਾਂ ਟਾਈਮਾਂ ਦੇ ਵਿੱਚ ਠੱਗ ਚੋਰ ਪੱਗ ਡੰਡੀਆਂ ਵਿੱਚ ਮਿਲ ਜਾਂਦੇ ਤੇ ਉਹ ਠੱਗ ਚੋਰ ਸੀ ਜਿਹੜੇ ਸੰਗਤਾਂ ਨੂੰ ਲੁੱਟ ਲੈਂਦੇ। ਤੇ ਸਭ ਤੋਂ ਵੱਡੀ ਗੱਲ ਹੁੰਦੀ ਸੀ ਵੀ ਸਾਰਿਆਂ ਨੇ ਰਲ ਕੇ ਰਹਿਣਾ ਤੇ ਸਾਰਿਆਂ ਨੇ ਇਕੱਠੇ ਚੱਲਣਾ। ਸਭ ਤੋਂ ਵੱਡੀ ਗੱਲ ਹੁੰਦੀ ਸੀ ਤੀਰਥ ਤੋਂ ਲੈ ਕੇ ਆਉਣੀ ਕਿ ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੇ ਇਕੱਠੇ ਰਹਿਣਾ। ਮੈਂ ਤੀਰਥ ਤੋਂ ਇਹ ਗੱਲ ਲੈ ਕੇ ਆਇਆ ਆਪਣੇ ਘਰ ਵਿੱਚ ਕਿ ਮੈਂ ਅੱਜ ਤੋਂ ਬਾਅਦ ਸਾਰਿਆਂ ਦੇ ਨਾਲ ਚੱਲਾਂਗਾ ਤੇ ਸਾਰਿਆਂ ਦੇ ਨਾਲ ਮੈਂ ਇਕੱਠਾ ਰਵਾਂ। ਜੋ ਸਾਰੇ ਕਹਿਣਗੇ ਮੈਂ ਉਹਨਾਂ ਦਾ ਹੁਕਮ ਮੰਨਾਂਗਾ। ਇਹ ਗੱਲ ਤੀਰਥਾਂ ਤੋਂ ਪਹਿਲਾਂ ਲੋਕ ਲੈ ਕੇ ਆਉਂਦੇ ਹੁੰਦੇ ਸੀ। ਹੁਣ ਬਦਲ ਗਿਆ ਨਾ ਜ਼ਮਾਨਾ, ਦਿਨ ਰਾਤ ਬਦਲ ਗਏ, ਜ਼ਮਾਨਾ ਬਦਲ ਗਿਆ। ਤੇ ਹੁਣ ਤੀਰਥਾਂ 'ਤੇ ਯਾਤਰਾ 'ਤੇ ਗਏ, ਲੜ ਕੇ ਘਰੇ ਮੁੜ ਕੇ ਆਉਂਦੇ ਨੇ। ਕੋਈ ਕਿਸੇ ਨਾਲ ਲੜ ਪਿਆ, ਕੋਈ ਕਿਸੇ ਨਾਲ ਲੜ ਪਿਆ, ਕੋਈ ਉੱਥੇ ਮਰਿਆਦਾ ਦੀ ਖਾਤਰ ਬੋਲੀ ਜਾਂਦੇ ਰਹਿੰਦੇ ਨੇ। ਇੱਥੇ ਜੀ ਆ ਮਰਿਆਦਾ ਕਿਵੇਂ ਚੱਲ ਪਈ, ਇਹ ਕਿਹਨੇ ਚਲਾਤੀ? ਹੁੰਦਾ ਨਾ ਤੀਰਥਾਂ 'ਤੇ ਨਫ਼ਰਤ ਭਰ ਜਾਂਦੀ ਹੈ। ਹੁਣ ਜਾ ਕੇ ਤੀਰਥਾਂ 'ਤੇ ਛੱਡ ਕੇ ਕੀ ਆਇਆ, ਲੈ ਕੇ ਕੀ ਆਇਆ? ਇਹ ਦੋ ਗੱਲਾਂ ਉਹਨਾਂ ਸਮਿਆਂ ਦੇ ਵਿੱਚ ਮੁੱਖ ਰੱਖੀਆਂ ਜਾਂਦੀਆਂ ਸੀ ਵੀ ਤੀਰਥ 'ਤੇ ਛੱਡ ਕੇ ਕੀ ਆਇਆ ਤੂੰ। ਤੇ ਉਹ ਪੰਡਤ ਨੂੰ ਕਹਿਣ ਲੱਗੇ ਗੰਗਾ 'ਚ ਇਸ਼ਨਾਨ ਕਰਦੇ ਨੂੰ, ਕਹਿੰਦੇ ਵੀ ਤੂੰ ਇਸ਼ਨਾਨ ਕਰੀ ਜਾਣਾ, ਹੁਣ ਛੱਡ ਕੇ ਦੱਸ ਕੀ ਜਾਵੇਂਗਾ ਇੱਥੇ। ਉਹਨੇ ਕਿਹਾ ਵੀ ਹੁਣ ਬੋਲਦੇ ਤਾਂ ਇਹ ਵੀ ਪਤਾ ਹੀ ਹੈ ਵੀ ਕਿੱਥੋਂ ਬੋਲਦੇ ਨੇ। ਇਹ ਵੀ ਹੁਣ ਇੱਕ ਕੰਮ ਵੱਡਾ ਹੋ ਗਿਆ ਕਿ ਮੈਂ ਹੋਰ ਤੇ ਕੁਛ ਨਹੀਂ ਕਰਦਾ, ਮੈਂ ਤੇ ਇਕੱਲੀ ਸ਼ਰਾਬ ਪੀਣਾ ਤੇ ਉਹ ਇਹ ਮੇਰੀ ਛਡਾਉਣੀ ਚਾਹੁੰਦੇ ਨੇ। ਬਾਹਰ ਨਿਕਲਿਆ, ਹੱਥ ਬੰਨ੍ਹ ਕੇ ਦੂਜਿਆਂ ਨੂੰ ਕਹਿਣ ਲੱਗਿਆ ਛਡਾਉਣਾ ਚਾਹੁੰਦੇ ਕੁਛ? ਕਹਿੰਦੇ ਹਾਂ। ਦੱਸ, ਕਹਿੰਦੇ ਕੀ ਛੱਡ ਕੇ ਜਾਣਾ? ਹੱਥ ਬੰਨ੍ਹ ਕੇ ਦੂਜਿਆਂ ਨੂੰ ਕਹਿਣ ਲੱਗਿਆ ਅੱਜ ਤੋਂ ਬਾਅਦ ਮੈਂ ਗੰਗਾ 'ਤੇ ਇਸ਼ਨਾਨ ਕਰਨ ਨਹੀਂ ਆਉਂਦਾ, ਅੱਜ ਤੋਂ ਬਾਅਦ ਗੰਗਾ ਹੀ ਛੱਡੀ ਮੈਂ ਤਾਂ। ਗੱਲ ਖਤਮ। ਹਾਲ ਦੁਨੀਆ ਦਾ ਇਹੋ ਹੀ ਹੈ। ਉਹ ਕਹਿੰਦਾ ਮੈਂ ਗੰਗਾ ਹੀ ਛੱਡੀ ਅੱਜ ਤੋਂ ਬਾਅਦ। ਤੂੰ ਛਡਾਉਣਾ ਚਾਹੁੰਦੇ ਹੋ ਨਾ? ਕਹਿੰਦਾ ਛੱਡਤੀ ਗੰਗਾ, ਕਿਉਂਕਿ ਧੱਕੇ ਦੇ ਨਾਲ ਘਰੋਂ ਲੈ ਕੇ ਗਏ ਸੀ ਉਹਨੂੰ, ਮਜਬੂਰ ਕਰਕੇ। ਹਾਲ ਦੁਨੀਆ 'ਤੇ ਸਭ ਇਹੀ ਹੈ। ਛੱਡਣਾ ਹੈ ਕੁਛ ਤੇ ਕੁਛ ਲੈ ਕੇ ਆਉਣਾ ਹੈ। ਧੱਕੇ ਦੇ ਨਾਲ ਅੱਜ ਬਥੇਰਿਆਂ ਨੂੰ ਬਣਾਇਆ ਜਾਂਦਾ ਹੈ, ਗੁਰਸਿੱਖ ਬਣਾਇਆ ਜਾਂਦਾ ਹੈ। ਕਹਿੰਦੇ ਤੂੰ ਬਥੇਰੇ ਕਰਮ ਕਰ ਲੈ, ਚੱਲ ਤੈਨੂੰ ਮਹਾਰਾਜ ਦਾ ਸਿੱਖ ਬਣਾ ਦਈਏ। ਪਹਿਲਾਂ ਨਹੀਂ ਸੀ ਇਹ ਮਹਾਰਾਜ ਦਾ ਸਿੱਖ, ਹੁਣ ਤੂੰ ਬਣਾਵੇਂਗਾ। ਕਿਉਂ? ਤੈਨੂੰ ਕਿਸੇ ਨੇ ਲਿਖਤ ਕਰਕੇ ਭੇਜਿਆ ਸੀਗਾ ਵੀ ਤੂੰ ਜਾ ਕੇ ਗੁਰਸਿੱਖਾਂ ਦੀ ਉੱਥੇ ਤਿਆਰੀ ਕਰੇਗਾ। ਆਪ ਤਾਂ ਤੂੰ ਨਿਗਰਾ ਤੁਰਿਆ ਫਿਰਦਾ, ਦੂਜਿਆਂ ਨੂੰ ਗੁਰਸਿੱਖ ਬਣਾਉਣਾ ਫਿਰਦਾ। ਆਪ ਤੇਰੇ ਕੋਲ ਕੀ ਹੈ? ਕਿਹੜੇ ਗੁਰੂ ਦਾ ਕਿਹੜਾ ਸ਼ਬਦ, ਕਿੰਨੇ ਟਾਈਮ ਸਿਮਰਨ ਕਰਦਾ ਹੈ ਤੂੰ? ਬੰਦਗੀ ਕਿੰਨਾ ਟਾਈਮ ਕਰਦਾ ਹੈ?
अज गुरसिख बनाउंदे फिरदे ने। बनाउंदे कौन ने? जिन्हां दे अपने पल्ले कुछ नहीं। वो कहंदे ने तू गुरसिख बन जा। नहीं गुरमुखो, ये जिहड़ी साजी हुई सृष्टि है ना परमात्मा दी, ये परमात्मा ने सारियां नूं किसे ना किसे कर्म दे विच लाया होया। करते ने किरत नूं जन्म दिता है ते किरत अगे कर्म कमाउंदी है। ते जिहो जे कोई कर्म कर रहा संसार दे विच, उहो जिहा फल उहनूं मिल रहा है। इसी गल नहीं है कि फल नहीं मिलता, फल उन्हां नूं मिल रहा है। ते जे कोई माड़े कर्म करदा है तो सारी दुनिया जिन्हों मर्जी पुछ के देख लो, किस पै खोलो गंठड़ी, दुखी भरा या सब दे सब दुखी ने, जिन्हां ने मर्यादा तोड़ी है। हुण कहंदे ने तू गुरु दे नाल जुड़ जा, गुरु दी मर्यादा च आ जा। फिर गुरु दी मर्यादा तां भाई ये सी भी महाराज दा स्वरूप भावें तां लैके जाना होवे ते भावें लैके आउणा होवे, 25 सिंह तां चाहीदे ने नंगे पैरी, चाहीदे ने। ये मर्यादा असीं वधाती कि घटाती महाराज दी? महाराज दे अदब सत्कार दे विच इन्ने सिंह तां चाहीदे ने जिहड़े त्यार बर त्यार होण। ते गुरु साहिब जी महाराज कहंदे कुछ आया तीर्थ ते गया, कुछ छड्ड के आउणा ते कुछ लैके आउणा। दो गल्लां ने ना। तूं गुरद्वारे गया, परमात्मा दे कोल गया, कुछ छड्ड के आउणा ते कुछ लैके आउणा। ये अंदाज़ा हुण मनुख अपनी जिंदगी ते आप लाऊगा कि मैं गुरद्वारे जाके की तां छड्ड के आया ते की उत्थों लैके आया। छड्डना की है? ए जिन्ना कुछ दुनियादारी दा चिक्कड़ जिहड़ा तेरे ते लग्या होया, महाराज कहंदे सारा ला दे। ए बेईमानी दा, ठगी दा, चोरी दा, झूठ बोलन दा जिन्ना चिक्कड़ है सब दा सब ला दे, इत्थे छड्ड जा। इत्थे जिन्ने तेरी जिंदगी दे गुनाह ने वो सारे दे सारे इत्थे छड्ड जा। इथों निरलेप होके गुरु दा शब्द लैके अपने घर दे विच उहदा प्रकाश कर दे। गुरु दे शब्द दा इथों तो प्रकाश लैके अपने घर दे विच प्रकाश ले जा गुरु दे शब्द दा। ते गुरु साहिब जी महाराजियां दी इस मर्यादा दे ये मनुख उल्ट कर्म करदा है। ये कहंदा नहीं, मैं ते कहंदे लम्मा समा हो गया, मैं ते इस चीज़ दा महाराज दे घर दे विच जाके सुधार करता। महाराज दे घर नूं सुधारदे फिरदे ने, सारी जिंदगी लंघी। गुरु साहिब जी महाराज कहंदे तू इथों आप सुधरना है, इत्थे किसे नूं सुधारना नहीं है। आया सी मैल लाउण अपनी जिंदगी दी, इथों होर भा खट के मैल अपने घर दे विच ले गया। छड्ड के की गया? लेके की गया? महाराज दे घर दे विच आए, एडे वड्डे महाराज दे घर दे विच आए, छड्डिया की है? लेके की गया? ये दो चीज़ां मनुख नूं अपनी जिंदगी दे विच कबूल करनियां पैणियां ने। जिंदगी दे विच इन्हां दोनां चीज़ां दा मनुख नूं अपनी जिंदगी दे विच खुलासा करना ही पैना कि मैं छड्डिया की है ते लैके की आया। छड्डण मैं की गया सी ते लैण मैं की गया सी। ये तो दोने चीज़ां हर एक दी जिंदगी दे विच चलदियां ने ना। कित्थे मेरा दफ्तर है, मैं काम की करना है, उत्थे किन्ना टाइम काम करना है, किन्ने पैसे मैनू, किन्नी तनख्वाह मैनू मिलेगी उसकी। दोने चीज़ां गल चलदी है ना नाल। नौकरी मिली है, कित्थे काम करना है, फलाने शहर दे विच दफ्तर दे विच काम करना है, तनख्वाह किन्नी मिलू, तैनू इन्नी तनख्वाह मिलू, ठीक है। वो फिर काम इत्थे आ जाता है कि मैं इन्ना टाइम काम किया दफ्तर दे विच, इन्नी तनख्वाह लैके वापस घरे आ गया। ये चीज़ां चलदियां सारे सब दी जिंदगी दे विच चलदियां दोने चीज़ां हैं। कि छड्ड के आए, की लैके आए। मनुख अपनी पढ़े हुए विद्या वो दफ्तर दे विच छड्ड के आउंदा है, दफ्तरी काम करदा करदा कि मैं अपनी विद्या दी इत्थे मोहर ला दित्ती कि मेरी विद्या है। उथों लैके की आया, अपने कुटुंब नूं पालन पोषण वास्ते धन लेके आया। कुछ छड्ड के आया, कुछ लेके आया।
ਇਹ ਹਰ ਇੱਕ ਜਗ੍ਹਾ 'ਤੇ ਮਨੁੱਖ ਕਹਿੰਦੇ ਧਾਰਮਿਕ ਸਥਾਨ 'ਤੇ ਪਰਮਾਤਮਾ ਕਹਿੰਦੇ ਜਿੱਥੇ ਵੀ ਜਾਵੇਂ ਕੁਝ ਛੱਡ ਕੇ ਆਈ, ਕੁਛ ਲੈ ਕੇ ਆਈ। ਇਹ ਹੁਣ ਮਨੁੱਖ ਦੀ ਜ਼ਿੰਦਗੀ 'ਤੇ ਖੜ੍ਹਾ ਹੈ ਕਿ ਮਨੁੱਖ ਕੀ ਤਾਂ ਛੱਡ ਕੇ ਗਿਆ ਅਤੇ ਕੀ ਆਪਣੇ ਵਾਪਸ ਘਰ ਦੇ ਵਿੱਚ ਲੈ ਕੇ ਗਿਆ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ, ਇਹ ਅਕਾਲ ਪੁਰਖ ਮਹਾਰਾਜ ਜੀ ਕਿਰਪਾ ਕਰਦੇ ਨੇ, ਸਤਿਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਜਿੰਨੀ ਇਹ ਮਰਿਆਦਾ ਸੀ ਪੁਰਾਤਨ ਸਮੇਂ ਤੋਂ ਚੱਲੀ ਹੋਈ ਸੀ। ਹੁਣ ਤਾਂ ਜਿਹੜਾ ਹੈਗਾ ਸਮਾਂ ਸਮਰੱਥ ਹੈ। ਹੁਣ ਤਾਂ ਵਿਚਾਰੇ ਨਾਰੀਅਲ ਪਿੱਛੇ ਹੀ ਖੈਬੜਦੇ ਫਿਰਦੇ ਨੇ। ਕੋਈ ਕਹਿੰਦਾ ਰੱਖਣਾ ਚਾਹੀਦਾ ਹੈ, ਕੋਈ ਕਹਿੰਦਾ ਨਹੀਂ ਰੱਖਣਾ ਚਾਹੀਦਾ। ਕੋਈ ਕਹਿੰਦੇ ਕੁੰਭ ਰੱਖਣਾ ਚਾਹੀਦਾ ਹੈ, ਕੋਈ ਕਹਿੰਦਾ ਨਹੀਂ ਰੱਖਣਾ ਚਾਹੀਦਾ। ਕੋਈ ਕਹਿੰਦੇ ਖੰਮਣੀ ਬੰਨਣੀ ਚਾਹੀਦੀ ਹੈ, ਕੋਈ ਕਹਿੰਦੇ ਨਹੀਂ ਬੰਨਣੀ ਚਾਹੀਦੀ। ਕੋਈ ਕਹਿੰਦੇ ਅਗਰਬੱਤੀਆਂ ਲਾਉਣੀਆਂ ਚਾਹੀਦੀਆਂ, ਕੋਈ ਕਹਿੰਦੇ ਨਹੀਂ ਲਾਉਣੀਆਂ ਚਾਹੀਦੀਆਂ। ਕੋਈ ਕਹਿੰਦਾ ਜੋਤ ਦਾ ਫਾਇਦਾ ਕੀ ਹੈ। ਬੜੇ ਵੱਡੇ ਵੱਡੇ ਜਿਹੜੇ ਲੋਕ ਨੇ, ਦਿਮਾਗੀ ਲੋਕ ਪੈਦਾ ਹੋਏ ਨੇ, ਬੜੇ ਮਿਲ ਜਾਂਦੇ ਨੇ ਐਸੇ ਸੱਜਣ ਵਿਚਾਰੇ, ਕਹਿੰਦੇ ਜੋਤ ਦਾ ਕੀ ਫਾਇਦਾ ਹੈ। ਪੁਰਾਣੇ ਜ਼ਮਾਨਿਆਂ ਦੇ ਵਿੱਚ ਤਾਂ ਉਦੋਂ ਲਾਈਟਾਂ ਨਹੀਂ ਹੁੰਦੀਆਂ ਸੀਗੀਆਂ, ਤਾਂ ਕਰਕੇ ਜੋਤ ਜਗਾਈ ਜਾਂਦੀ ਸੀ। ਬਥੇਰੇ ਮਿਲਦੇ ਨੇ। ਉਹਨਾਂ ਨੂੰ ਫਿਰ ਇੱਕੋ ਹੀ ਗੱਲ ਕਹੀ ਜਾਂਦੀ ਹੈ ਵੀ ਸੱਜਣਾ, ਹਰਿਮੰਦਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ, ਸੰਗਤਾਂ ਮੱਥੇ ਟੇਕਦੀਆਂ ਨਾ ਜਾ ਕੇ, ਉਸ ਤੋਂ ਉੱਪਰਲੀ ਬਿਲਡਿੰਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਇੱਕ ਬਹੁਤ ਵੱਡਾ ਸਰੂਪ ਹੈ। ਮਹਾਰਾਜ ਦਾ ਉੱਥੇ ਪ੍ਰਕਾਸ਼ ਹੈ ਜਿਹੜਾ ਉੱਪਰਲੀ ਬਿਲਡਿੰਗ ਦੇ ਵਿੱਚ। ਜਦੋਂ ਉਦੋਂ ਵੀ ਉੱਤੇ ਜਾਓਗੇ ਨਾ, ਸਾਰੇ ਪ੍ਰਕਾਸ਼ਮਈ ਸਰੂਪਾਂ ਦੇ ਸਭ ਤੋਂ ਸਿਰਮੌਰ 'ਤੇ ਉਤਾਂਹ ਜਾ ਕੇ ਜੋਤ ਚੱਲਦੀ ਹੈ ਹਰਿਮੰਦਰ ਸਾਹਿਬ ਦੇ ਵਿੱਚ, ਜਿਹੜੀ ਬੁਝਦੀ ਨਹੀਂ ਕਦੇ। ਅਕਾਲ ਤਖਤ 'ਤੇ ਪਟਨਾ ਸਾਹਿਬ, ਅਨੰਦਪੁਰ ਸਾਹਿਬ, ਹਜ਼ੂਰ ਸਾਹਿਬ, ਜਦੋਂ ਐਡੇ ਵੱਡੇ ਤਖਤਾਂ 'ਤੇ ਜੋਤ ਚੱਲ ਸਕਦੀ ਹੈ, ਤੇ ਤੈਨੂੰ ਕੀ ਹੋ ਰਿਹਾ? ਤੈਨੂੰ ਕੀ ਹੋ ਰਿਹਾ ਜੋਤ ਜਗਾਉਣ ਵਾਸਤੇ? ਬਥੇਰੇ ਤਾਂ ਵਿਚਾਰੇ ਬਾਹਲੇ ਕੱਟੜ ਨੇ। ਕਹਿੰਦੇ ਜੋਤ ਜੇ ਨਾ ਜਗਾਵਾਂਗੇ ਫੇਰ ਕੀ ਹੋ ਜੂ? ਕੁੰਭ ਨਾ ਰੱਖਾਂਗੇ, ਨਾਰੀਅਲ ਨਾ ਰੱਖਾਂਗੇ, ਫੇਰ ਕੀ ਹੋ ਜੂ? ਓਏ ਗੁਰਸਿੱਖਾ, ਜੇ ਤੂੰ ਨਾ ਇਸ ਧਰਤੀ 'ਤੇ ਜਾਉਂਦਾ ਫੇਰ ਕਿਹੜਾ ਤੇਰੇ ਬਿਨਾਂ ਜੱਗ ਸੁੰਨਾ ਹੋਣ ਲੱਗਿਆ ਸੀ? ਫੇਰ ਕੀ ਹੋਣ ਲੱਗਿਆ ਸੀ? ਕਹਿੰਦੇ ਜੋਤ ਜਗਾਉਣ ਦਾ ਕੀ ਹੈ? ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਗੁਰਮੁਖਾ ਇਹਨਾਂ ਗੱਲਾਂ ਦੇ ਵਿੱਚ ਨਾ ਉਲਝੇ। ਪਰੰਪਰਾ ਮਰਿਆਦਾ ਚੱਲੀ ਹੈ ਪੁਰਾਣੇ ਸਮੇਂ ਤੋਂ। ਹੁਣ ਇਹ ਕੰਮ ਜੇ ਕਰਨੇ ਔਖੇ ਹੋ ਗਏ ਨਾ, ਤਾਂ ਕਰਕੇ ਕਹਿੰਦੇ ਨੇ। ਜੇ ਹੁਣ ਕਿਸੇ ਨੂੰ ਕਹਿ ਦਈਏ ਵੀ ਭਾਈ ਤੂੰ ਸਹਿਜ ਪਾਠ ਕਰਾਉਣਾ, ਅਖੰਡ ਪਾਠ ਕਰਾਉਣਾ, ਤੇ 25 ਸਿੰਘ ਨਾਲ ਲੈ ਕੇ ਆਈ, ਕਰਾਊ ਕੋਈ ਸਹਿਜ ਪਾਠ ਜਾਂ ਅਖੰਡ ਪਾਠ? ਕਰਾਉਂਦੇ ਨਹੀਂ ਨਾ। ਉਹ ਆਖਣਗੇ ਨਹੀਂ। ਉਹ ਫਿਰ ਤਰੀਕਾ ਲੱਭਣਗੇ। ਲਿਜਾਣਾ ਤਾਂ ਉਹਨਾਂ ਨੇ 2.5-3 ਜਾਣੇ ਨਹੀਂ ਹੁੰਦਾ, 2.5-3 ਜਾਣੇ ਬਣਦੇ ਨੇ। ਜੇ ਬੱਚਿਆਂ ਨੂੰ ਜਿਹੜੀ ਕੰਡਿਆਲ ਫੜਾ ਦਿੰਦੇ ਹਾਂ ਨਾ ਅਸੀਂ, ਪਾਣੀ ਬੱਚਿਆਂ ਨੂੰ ਫੜਾ ਦਿਓ, ਜਿਹੜੀ ਚੀਜ਼ ਬੱਚੇ ਚੱਕ ਸਕਦੇ ਨੇ ਨਾ, ਉਹ ਅਸੀਂ ਬੱਚਿਆਂ ਨੂੰ ਫੜਾਉਣ ਦੇ ਯਤਨ ਕਰਦੇ ਹਾਂ। ਇਹ ਤਾਂ ਮਹਾਰਾਜ ਦਾ ਸਰੂਪ ਭਾਰੀ ਹੈ। ਜੇ ਕਿਤੇ ਮਹਾਰਾਜ ਦੇ ਸਰੂਪ ਨਾ ਭਾਰੇ ਹੋਣ ਤੇ ਬੱਚਿਆਂ ਨੂੰ ਵੀ ਚੁਕਾ ਦੇਣ। ਇਹ ਤੁਸੀਂ ਲਿਆਓ, ਜਾ ਕੇ ਖੇਡਦੇ ਵੀ ਫਿਰਦੇ ਹੀ ਹੋ ਇੱਥੇ ਗਲੀਆਂ ਦੇ ਵਿੱਚ। ਇਹ 2.5-3 ਜਾਣੇ ਸਰੂਪ ਲੈ ਕੇ ਆਉਂਦੇ ਨੇ। ਫਿਰ ਜੇ ਕਦੇ ਕੋਈ ਕਹਿ ਦੇ ਮਰਿਆਦਾ ਵਾਲਾ ਸਿੰਘ ਵੀ ਪੂਰਨ ਮਰਿਆਦਾ ਸੀ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੋਰੀ ਹੈ, 25 ਸਿੰਘਾਂ ਤੋਂ ਬਗੈਰ ਮਹਾਰਾਜ ਦਾ ਸਰੂਪ ਨਹੀਂ ਲੈ ਕੇ ਜਾਣਾ, ਮਰਿਆਦਾ ਇਹ ਪੁਰਾਤਨ। ਫਿਰ ਹੋਰ ਤਾਂ ਕੋਈ ਤਰੀਕਾ ਨਹੀਂ ਲੱਭਦਾ। ਕਿਉਂ? 25 ਜਾਣੇ ਤਾਂ ਕਿੱਥੇ ਇਕੱਠੇ ਹੋਣੇ, ਇਕੱਠੇ ਤਾਂ ਨਹੀਂ ਹੁੰਦੇ 5 ਜਾਣੇ। ਫਿਰ ਤਾਂ ਬਸ ਤਰੀਕਾ ਦੂਜਾ ਲੱਭਦੇ ਨੇ ਵੀ ਪਹਿਲਾਂ ਯਾਰ ਬਾਬੇ ਨੂੰ ਤੋਰੋ, ਆਪਾਂ ਅਖੰਡ ਪਾਠ ਬਾਅਦ 'ਚ ਕਰਾਵਾਂਗੇ। ਆਹ ਤਰੀਕਾ ਲੱਭਿਆ ਜਾਂਦਾ। ਮਰਿਆਦਾ ਕਿਸੇ ਨੇ ਨਹੀਂ ਤੋੜੀ, ਮਰਿਆਦਾ ਅਸੀਂ ਆਪ ਤੋੜੀ ਹੋਈ ਹੈ। ਗੁਰੂ ਘਰ ਦੇ ਵਿੱਚ ਜਾਣ ਦੀ, ਵਾਪਸ ਆਉਣ ਦੀ, ਕੀ ਛੱਡ ਕੇ ਆਇਆ, ਕੀ ਲੈ ਕੇ ਆਇਆ, ਕਿੰਨਾ ਕੁਛ ਤੂੰ ਉੱਥੇ ਖੱਟਿਆ, ਕਿੱਥੇ ਲਿਆ ਕੇ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਕੀਤਾ। ਤੀਰਥ 'ਤੇ ਗਿਆ, ਉੱਥੇ ਛੱਡ ਕੇ ਕੀ ਆਇਆ, ਉੱਥੋਂ ਲੈ ਕੇ ਕੀ ਆਇਆ। ਇਹ ਦੋ ਚੀਜ਼ਾਂ ਹਰ ਇੱਕ ਜਗ੍ਹਾ 'ਤੇ ਸਾਨੂੰ ਮਿਲਦੀਆਂ ਨੇ ਜ਼ਿੰਦਗੀ ਦੇ ਵਿੱਚ।
ਕੀ ਛੱਡ ਕੇ ਆਇਆ, ਕੀ ਲੈ ਕੇ ਆਇਆ। ਕੀ ਛੱਡਿਆ ਤੂੰ ਉੱਥੇ ਜਾ ਕੇ ਤੀਰਥ ਤੇ ਕੀ ਤੂੰ ਛੱਡਿਆ ਗੁਰੂ ਦੇ ਘਰ ਦੇ ਵਿੱਚ ਜਾ ਕੇ, ਛੱਡ ਕੇ ਕੀ ਆਇਆ। ਤੇ ਇੱਥੇ ਕੰਮ ਕਰਨ ਵਾਸਤੇ, ਦੋ ਹੀ ਕੰਮ ਕਰਨ ਵਾਸਤੇ ਮਨੁੱਖ ਆਉਂਦਾ ਹੈ ਸਹੀ ਸਰੂਪ ਮਰਿਆਦਾ ਦੇ ਵਿੱਚ। ਆਪਣੀ ਜ਼ਿੰਦਗੀ ਦੇ ਗੁਨਾਹਾਂ ਨੂੰ ਪਰਮਾਤਮਾ ਦੇ ਘਰ ਵਿੱਚ ਛੱਡਣ ਆਉਂਦਾ ਹੈ ਤੇ ਪਰਮਾਤਮਾ ਦੇ ਮਿੱਠੜੇ ਬੋਲ ਇਥੋਂ ਮਨੁੱਖ ਲੈਣ ਵਾਸਤੇ ਆਉਂਦਾ। ਇਹ ਦੋ ਕੰਮ ਕਰਨ ਵਾਸਤੇ ਹੀ ਪਰਮਾਤਮਾ ਦੇ ਘਰ ਦੇ ਵਿੱਚ ਸਾਡੀਆਂ ਜ਼ਿੰਦਗੀਆਂ ਆਉਂਦੀਆਂ ਨੇ। ਤੋ ਇਹ ਦੋ ਕਰਮ ਸਾਰੀ ਜ਼ਿੰਦਗੀ ਦੇ ਵਿੱਚ ਮਨੁੱਖਤਾ ਦੇ ਬਰਾਬਰ ਰਹਿੰਦੇ ਨੇ। ਕੀ ਛੱਡ ਕੇ ਆਇਆ, ਕੀ ਲੈ ਕੇ ਆਇਆ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਇਹ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਆਪ ਹੀ ਜਿਹੜਾ ਖੁਲਾਸਾ ਕਰ ਲੇ ਕਿ ਮੈਂ ਪਰਮਾਤਮਾ ਦੇ ਘਰ ਦੇ ਵਿੱਚ ਜਾ ਕੇ ਛੱਡਿਆ ਕੀ ਹੈ ਤੇ ਪਰਮਾਤਮਾ ਦੇ ਘਰ ਦੇ ਵਿੱਚੋਂ ਕਿਹੜੀ ਵਸਤੂ ਦਾ ਲਾਹਾ ਜਿਹੜਾ ਉਹ ਮੈਂ ਖੱਟ ਕੇ ਆਇਆ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਆਪਣਾ ਸਮਾਪਤੀ ਦਾ ਸਮਾਂ, ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।